ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਰਸ ਹੋਆ ਪਾਰਸਹੁ, ਸਤਿਗੁਰ ਪਰਚੇ ਸਤਿਗੁਰ ਕਹਿਣਾ। ਚੰਦਨ ਹੋਇਆ ਚੰਦਨਹੁ, ਗੁਰ ਉਪਦੇਸ ਰਹਿਤ ਵਿੱਚ ਰਹਿਣਾ। ਜੋਤ ਸਮਾਣੀ ਜੋਤ ਵਿੱਚ, ਗੁਰਮਤਿ ਸੁਖ ਦੁਰਮਤਿ ਦੁਖ ਦਹਿਣਾ। ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਸਮਹਿਣਾ। ਅਪਿਓ ਪੀਅਣ ਨਿਜਰ ਝਰਣ, ਅਜਰ ਜਰਣ ਅਸਹੀਅਣ ਸਹਿਣਾ। ਸੱਚ ਸਮਾਣਾ ਸੱਚ ਵਿੱਚ, ਗਾਡੀ ਰਾਹੋ ਸਾਧ ਸੰਗ ਵਹਿਣਾ। ਬਾਬਾਣੇ ਘਰ ਚਾਨਣ ਲਹਿਣਾ, ਬਾਬਾਣੇ ਘਰ ਚਾਨਣ ਲਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 24ਵੀਂ ਵਾਰ ਦੀ 6ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ ਪੌੜੀ ਵਿੱਚ ਜ਼ਿਕਰ ਕਰ ਰਹੇ ਹਨ। ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕੀਤੀ, ਸਤਿਗੁਰੂ ਦਾ ਹੁਕਮ ਮੰਨਿਆ, ਸਿੱਖੀ ਕਮਾਈ, ਪਾਰਸ ਤੋਂ ਪਾਰਸ ਹੋ ਗਏ। ਗੁਰਗੱਦੀ ਦੀ ਦਾਤ ਮਿਲੀ। ਖਡੂਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਨੇ ਬੈਠ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ, ਅਨੇਕਾਂ ਨੂੰ ਨਿਹਾਲ ਕਰਿਆ। ਸੋ ਆਓ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹਨ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ ਜੀ। ਪਾਰਸ ਹੋਆ ਪਾਰਸਹੁ, ਸਤਿਗੁਰ ਪਰਚੇ ਸਤਿਗੁਰ ਕਹਿਣਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਪਾਰਸ ਤੋਂ ਪਾਰਸ ਹੋ ਗਿਆ। ਭਾਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਪਾਰਸ ਰੂਪ ਤੋਂ ਭਾਈ ਲਹਿਣਾ ਜੀ ਆਪ ਪਾਰਸ ਹੋ ਗਏ, ਗੁਰੂ ਅੰਗਦ ਦੇਵ ਬਣ ਗਏ। ਸਤਿਗੁਰ ਪਰਚੇ ਸਤਿਗੁਰ ਕਹਿਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਪਰਚੇ ਰਹੇ, ਮਤਲਬ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਲਾਇਆ ਤੇ ਗੁਰੂ ਅੰਗਦ ਦੇਵ ਕਹਾਇਆ। ਸਤਿਗੁਰ ਕਹਿਣਾ, ਸਾਰਿਆਂ ਨੇ ਹੀ
ਫਿਰ ਭਾਈ ਲਹਿਣੇ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਗੁਰੂ ਬਣਾ ਦਿੱਤਾ, ਸਤਿਗੁਰ ਕਹਿਣਾ ਕੀਤਾ ਸਾਰਿਆਂ ਨੇ ਕਿ ਹੁਣ ਸਤਿਗੁਰੂ ਗੁਰੂ ਅੰਗਦ ਦੇਵ ਜੀ ਹਨ। ਚੰਦਨ ਹੋਇਆ ਚੰਦਨਹੁ, ਗੁਰ ਉਪਦੇਸ ਰਹਿਤ ਵਿੱਚ ਰਹਿਣਾ। ਚੰਦਨ ਤੋਂ ਚੰਦਨ ਹੋ ਗਏ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਬਣ ਗਏ। ਚੰਦਨ ਹੋਇਆ ਚੰਦਨਹੁ, ਜਿਵੇਂ ਚੰਦਨ ਤੋਂ ਚੰਦਨ ਅੱਗੇ ਬਣ ਜਾਂਦਾ ਹੈ, ਉਹਦੇ ਵਿੱਚ ਵੀ ਚੰਦਨ ਵਰਗੀ ਖੁਸ਼ਬੂ ਆਉਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਰੂਪ ਚੰਦਨ ਤੋਂ ਗੁਰੂ ਅੰਗਦ ਦੇਵ ਮਹਾਰਾਜ ਚੰਦਨ ਰੂਪ ਹੋਏ, ਭਗਤੀ ਦੀ ਸੁਗੰਧੀ ਬਖੇਰਨ ਵਾਲੇ। ਗੁਰ ਉਪਦੇਸ ਰਹਿਤ ਵਿੱਚ ਰਹਿਣਾ, ਗੁਰੂ ਉਪਦੇਸ਼ ਦੀ ਰਹਿਤ ਦੇ ਵਿੱਚ ਰਹਿਣ ਲੱਗੇ। ਜੋ ਜੋ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਭਾਈ ਲਹਿਣੇ ਨੇ ਕਮਾਈ ਕੀਤੀ। ਜੋ ਰਹਿਤ ਬਹਿਤ ਦੱਸੀ, ਉਹਦੇ ਵਿੱਚ ਰਹਿਣਾ ਕੀਤਾ। ਸੋ ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਤੱਕ ਦਾ ਸਫ਼ਰ ਕੀਤਾ, ਗੁਰੂ ਦਾ ਬਚਨ ਮੰਨ ਕੇ। ਜੋਤ ਸਮਾਣੀ ਜੋਤ ਵਿੱਚ, ਗੁਰਮਤਿ ਸੁਖ ਦੁਰਮਤਿ ਦੁਖ ਦਹਿਣਾ। ਜੋਤ ਸਮਾਣੀ ਜੋਤ ਵਿੱਚ, ਜੋਤ ਵਿੱਚ ਜੋਤ ਸਮਾ ਗਈ। ਭਾਵ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਭਾਈ ਲਹਿਣੇ ਦੀ ਜੋਤ ਵਿੱਚ ਸਮਾ ਗਈ, ਗੁਰੂ ਅੰਗਦ ਦੇਵ ਬਣ ਗਏ। ਗੁਰਮਤਿ ਸੁਖ ਦੁਰਮਤਿ ਦੁਖ ਦਹਿਣਾ, ਗੁਰੂ ਦੀ ਸਿੱਖਿਆ ਗੁਰਮਤਿ ਦੇ ਨਾਲ ਜੋ ਸੁਖ ਮਿਲਿਆ, ਉਸ ਨੇ ਦੁਰਮਤਿ ਭੈੜੀ ਮਤ ਦੇ ਦੁੱਖਾਂ ਨੂੰ ਸਾਰਿਆਂ ਨੂੰ ਹੀ ਦਹਿਣਾ ਸਾੜ ਕੇ ਰੱਖ ਦਿੱਤਾ। ਗੁਰਮਤਿ ਦੇ ਸੁੱਖ ਨੇ ਦੁਰਮਤਿ ਦੇ ਦੁੱਖਾਂ ਨੂੰ ਨਾਸ਼ ਕਰ ਦਿੱਤਾ, ਸਾੜ ਦਿੱਤਾ। ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਸਮਹਿਣਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਅਚਰਜ ਨੂੰ ਅਸਚਰਜ ਮਿਲਿਆ ਹੈ। ਵਿਸਮਾਦੈ ਵਿਸਮਾਦ ਸਮਹਿਣਾ, ਅਤੇ ਵਿਸਮਾਦ ਦੇ ਵਿੱਚ ਵਿਸਮਾਦ ਸਮਾਇਆ ਹੈ। ਭਾਵ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਵੀ ਅਵਤਾਰ ਸੀ। ਗੁਰੂ ਅੰਗਦ ਦੇਵ ਜੀ ਆਪ ਅਵਤਾਰ ਸੀ ਔਰ ਪਰਦੇ ਦੇ ਵਿੱਚ ਰੱਖੇ ਗਏ। ਗੁਰੂ ਨਾਨਕ ਸਾਹਿਬ ਜੀ ਵੀ ਅਵਤਾਰ, ਗੁਰੂ ਅੰਗਦ ਦੇਵ ਜੀ ਵੀ ਪਰਮੇਸ਼ਰ ਦਾ ਸਵਰੂਪ। ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਪਰਦੇ ਵਿੱਚ ਰੱਖੇ ਗਏ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਭਗਤੀ ਕਰਨੀ, ਸਤਿਗੁਰੂ ਦਾ ਹੁਕਮ ਮੰਨਣਾ, ਕਿਵੇਂ ਗੁਰੂ ਦੇ ਹੁਕਮ ਦੇ ਅੱਗੇ ਸੀਸ ਝੁਕਾਉਣਾ ਹੈ, ਇਸ ਸੰਸਾਰ ਦੇ ਲੋਕਾਂ ਨੂੰ ਦੱਸਣਾ ਸੀ, ਇਹ ਵੱਲ ਸਿਖਾਉਣਾ ਸੀ। ਤਾਂ ਪਰਦੇ ਵਿੱਚ ਰਹੇ। ਭਾਵੇਂ ਕਿ ਪੁੱਤਰ ਹੁਕਮ ਮੋੜ ਦਿੰਦੇ ਸਨ, ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ, ਪਰ ਭਾਈ ਲਹਿਣੇ ਨੇ ਕਦੇ ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਮੋੜਿਆ। ਸੀ ਅਵਤਾਰ, ਪਰ ਪਰਦੇ ਵਿੱਚ ਰਹੇ, ਦੁਨੀਆ ਨੂੰ ਇਹ ਦੱਸਣ ਵਾਸਤੇ ਵੀ ਭਗਤੀ ਦਾ ਵੱਲ ਇਸ ਤਰ੍ਹਾਂ ਸਿੱਖਿਆ ਜਾਂਦਾ ਹੈ, ਗੁਰੂ ਦਾ ਹੁਕਮ ਮੰਨ ਕੇ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆਪ ਵੀ ਅਸਚਰਜ ਰੂਪ, ਅਤੇ ਗੁਰੂ ਅੰਗਦ ਦੇਵ ਜੀ ਵੀ ਅਸਚਰਜ ਰੂਪ। ਅਸਚਰਜ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਅਸਚਰਜ ਮਿਲਿਆ ਹੈ। ਵਿਸਮਾਦੈ ਵਿਸਮਾਦ ਸਮਹਿਣਾ, ਗੁਰੂ ਨਾਨਕ ਸਾਹਿਬ ਜੀ ਵੀ ਵਿਸਮਾਦ ਰੂਪ, ਭਾਈ ਲਹਿਣਾ ਜੀ ਵੀ, ਗੁਰੂ ਅੰਗਦ ਦੇਵ ਜੀ ਵੀ ਵਿਸਮਾਦ ਰੂਪ। ਸੋ ਵਿਸਮਾਦ ਦੇ ਵਿੱਚ ਵਿਸਮਾਦ ਸਮਾ ਗਿਆ, ਭਾਵ ਇੱਕ ਰੂਪ ਹੋਏ ਹੈ। ਅਪਿਓ ਪੀਣ ਨਿਜਰ ਚਰਨ, ਅਜਰ ਜਰਨ ਅਸਹੀਅਣ ਸਹਿਣਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਨਿਜਰ ਚਰਨ, ਅਤੇ ਜਦੋਂ ਨਾਮ ਅੰਮ੍ਰਿਤ ਪੀਤਾ ਗੁਰੂ ਅੰਗਦ ਦੇਵ ਜੀ ਨੇ, ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਇੱਕ ਰਸ ਅੰਮ੍ਰਿਤ ਨਾਮ ਦੇ ਝਰਨੇ ਚੱਲ ਪਏ। ਅਜਰ ਜਰਨ,
ਅਸਹਿਣ ਸਹਿਣਾ। ਨਾਮ ਦੀ ਬਰਕਤ ਦੇ ਨਾਲ ਜੋ ਅਵਸਥਾਵਾਂ ਮਿਲੀਆਂ, ਪਰਮ ਪਦਵੀ ਪ੍ਰਾਪਤ ਹੋਈ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅਜਰ ਨੂੰ ਜਰ ਲਿਆ। ਅਸਹਿਣ, ਜਿਹਨੂੰ ਸਹਾਰਿਆ ਨਹੀਂ ਸੀ ਜਾ ਸਕਦਾ, ਸਤਿਗੁਰੂ ਨੇ ਉਸ ਨੂੰ ਸਹਾਰ ਲਿਆ। ਅਜਰ ਸ਼ਕਤੀਆਂ ਨੂੰ ਜਰ ਕੇ ਰੱਖਿਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਵਿੱਚ ਰਹਿੰਦੇ ਹੋਏ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਸੱਚ ਸਮਾਣਾ ਸੱਚ ਵਿੱਚ, ਗਾਡੀ ਰਾਹੋ ਸਾਧ ਸੰਗ ਵਹਿਣਾ। ਸੱਚ ਸਮਾਣਾ ਸੱਚ ਵਿੱਚ, ਸੱਚ ਵਿੱਚ ਸੱਚ ਸਮਾ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਸੱਚ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸੱਚ, ਸੱਚ ਵਿੱਚ ਸੱਚ ਲੀਨ ਹੋ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਬੈਠ ਗਏ, ਉੱਥੇ ਜੋਤ ਜਗਾਈ। ਸੋ ਸੱਚ ਵਿੱਚ ਸੱਚ ਸਮਾਇਆ, ਗਾਡੀ ਰਾਹੋ ਸਾਧ ਸੰਗ ਵਹਿਣਾ। ਅਤੇ ਸਾਧ ਸੰਗਤ ਦਾ ਜੋ ਗਾਡੀ ਰਾਹ ਸਤਿਗੁਰੂ ਨੇ ਚਲਾਇਆ, ਉਹਦਾ ਵਹਿਣਾ ਦਾ ਅਰਥ ਉਹ ਅੱਗੇ ਹੋਰ ਤੁਰ ਪਿਆ, ਉਹਦਾ ਵਹਿਣ ਹੋਰ ਅੱਗੇ ਵਹਿ ਤੁਰਿਆ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਗਾਡੀ ਰਾਹ ਚਲਾਇਆ, ਗੁਰੂ ਅੰਗਦ ਦੇਵ ਜੀ ਨੇ ਗੁਰੂ ਬਣ ਕੇ ਉਸ ਨੂੰ ਅੱਗੇ ਹੋਰ ਤੋਰਿਆ, ਪ੍ਰਫੁੱਲਤ ਕੀਤਾ। ਅਨੇਕਾਂ ਨੂੰ ਹੀ ਸਤਿਗੁਰੂ ਨੇ ਸਿੱਖੀ ਦੀ ਦਾਤ ਬਖਸ਼ੀ ਅਤੇ ਪ੍ਰੇਮਾ ਭਗਤੀ ਦੀ ਦਾਤ ਬਖਸ਼ ਕੇ ਹਜ਼ੂਰ ਨੇ ਉਹਨਾਂ ਨੂੰ ਕਿਰਤਾਰਥ ਕੀਤਾ। ਬਾਬਾਣੇ ਘਰ ਚਾਨਣ ਲਹਿਣਾ। ਬਾਬਾਣੇ, ਬਾਬਾ, ਬਾਬਾ ਕੌਣ ਹੈ? ਗੁਰੂ ਨਾਨਕ ਦੇਵ ਸਾਹਿਬ ਜੀ। ਬਾਬਾਣੇ ਘਰ, ਬਾਬੇ ਗੁਰੂ ਦੇ ਘਰ ਦੇ ਵਿੱਚ ਭਾਈ ਲਹਿਣਾ ਜੀ ਚਾਨਣ ਰੂਪ ਹੋਏ ਹੈ, ਅਥਵਾ ਬਾਬੇ ਦੇ ਸਰੂਪ ਦਾ ਪ੍ਰਕਾਸ਼ ਭਾਈ ਲਹਿਣਾ ਹੈ। ਬਾਬਾ ਵੀ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਅਤੇ ਲਹਿਣਾ ਗੁਰੂ ਅੰਗਦ ਦੇਵ ਬਣ ਗਏ, ਇਹ ਵੀ ਪ੍ਰਕਾਸ਼ ਰੂਪ। ਇਉਂ ਗੁਰੂ ਬਾਬੇ ਦੇ ਘਰ ਦੇ ਵਿੱਚ ਭਾਈ ਲਹਿਣਾ ਜੀ ਪ੍ਰਕਾਸ਼ ਰੂਪ ਹੋਏ ਹਨ। ਅਗਲੀ 7ਵੀਂ ਪੌੜੀ ਦੇ ਵਿੱਚ ਵੀ ਭਾਈ ਗੁਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਮਹਾਰਾਜ ਦਾ ਜ਼ਿਕਰ ਕਰਦੇ ਹੈ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਸਪੁੱਤਰ ਹੋਏ ਗੁਰੂ ਨਾਨਕ ਸਾਹਿਬ ਜੀ ਦੇ, ਸਪੁੱਤਰ ਬਣ ਕੇ ਵਿਖਾਇਆ, ਹੁਕਮ ਮੰਨਿਆ, ਗੁਰੂ ਉਪਦੇਸ਼ ਦੀ ਕਮਾਈ ਕੀਤੀ। ਕਦੇ ਵੀ 1 ਇੰਚ ਵੀ ਰੱਤੀ ਵੀ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਗਏ ਭਾਈ ਲਹਿਣਾ। ਜੇ ਅੱਧੀ ਰਾਤ ਵੇਲੇ ਗੁਰੂ ਬਾਬੇ ਨੇ ਕਿਹਾ ਲਹਿਣਿਆ ਚੱਲ ਰਾਵੀ ਤੇ ਸਾਡੇ ਬਸਤਰ ਧੋ ਕੇ ਲਿਆ, ਤੇ ਭਾਈ ਲਹਿਣਾ ਜੀ ਉਦੋਂ ਹੀ ਗਏ ਬਸਤਰ ਧੋ ਕੇ ਲਿਆਂਦੇ। ਕਦੇ ਤਰਕ ਵੀ ਨਹੀਂ ਕੀਤਾ। ਸੰਗਤਾਂ ਆਈਆਂ ਤੇ ਪਹਿਲਾਂ ਬਾਬੇ ਸ਼੍ਰੀ ਚੰਦ ਨੂੰ, ਫਿਰ ਲਖਮੀ ਦਾਸ ਨੂੰ ਕਿਹਾ ਕਿੱਕਰ ਤੇ ਚੜ੍ਹ ਕੇ ਹਲੂਣਾ ਦਿਓ, ਮਠਿਆਈਆਂ ਡਿੱਗਣ ਗਈਆਂ। ਉਹਨਾਂ ਕਿਹਾ ਵੀ ਇਹ ਕਿਵੇਂ ਹੋ ਸਕਦਾ, ਲੋਕ ਸਾਨੂੰ ਮਖੌਲ ਕਰਨਗੇ। ਤੇ ਭਾਈ ਲਹਿਣੇ ਨੂੰ ਜਦੋਂ ਅਜੇ ਕਿਹਾ ਤੁਰ ਪਏ, ਬਾਬਾ ਸ਼੍ਰੀ ਚੰਦ ਨੇ ਬਾਂਹ ਫੜ ਲਈ ਕਿ ਕਮਲਾ ਹੋਇਆ, ਕਦੇ ਕਿੱਕਰਾਂ ਨੂੰ ਵੀ ਮਠਿਆਈਆਂ ਲੱਗੀਆਂ ਨੇ। ਤੇ ਭਾਈ ਲਹਿਣੇ ਦਾ ਜਵਾਬ ਸੀ, ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿੱਕਰ ਨੂੰ ਮਠਿਆਈ ਲੱਗੀ ਕਿ ਨਹੀਂ, ਮੈਂ ਤਾਂ ਗੁਰੂ ਦਾ ਹੁਕਮ ਮੰਨਣਾ। ਮੈਨੂੰ ਤਾਂ ਇਹ ਕਿਹਾ ਵੀ ਕਿੱਕਰ ਨੂੰ ਹਲੂਣਾ ਦਿਓ, ਮੈਂ ਤਾਂ ਹਲੂਣਾ ਦੇਣਾ ਹੈ। ਹਰ ਹੁਕਮ ਗੁਰੂ ਦਾ ਮੰਨਿਆ ਹੈ। ਸੋ ਸਪੁੱਤਰ ਬਣੇ ਨੇ ਗੁਰੂ ਅੰਗਦ ਦੇਵ ਜੀ। ਸ਼ਬਦੈ ਸ਼ਬਦ ਮਿਲਾਇਆ, ਗੁਰਮੁਖ ਅਘਾੜ ਕਢਾਏ ਗਹਿਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਸ਼ਬਦ ਮਿਲਾਇਆ ਹੈ। ਸ਼ਬਦ ਹੈ, ਸ਼ਬਦ ਮਿਲਾਇਆ, ਸ਼ਬਦ ਵਿੱਚ ਸ਼ਬਦ ਮਿਲਾ ਦਿੱਤਾ। ਔਰ ਗੁਰਮੁਖ ਅਘਾੜ ਕਢਾਏ ਗਹਿਣਾ। ਗੁਰਮੁਖ ਅਘਾੜ ਗਹਿਣੇ ਨੂੰ ਘੜਦਾ ਹੈ। ਭਾਵ ਇਹ ਵੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜੋ ਘੜੇ ਜਾਣ ਵਾਲੇ ਨਹੀਂ, ਪਹਿਲਾਂ ਹੀ ਘੜੇ ਹੋਏ ਨੇ, ਪਹਿਲਾਂ ਹੀ ਉਹ ਗੁਰੂ ਅਵਤਾਰ ਹਨ। ਉਸ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਘੜ ਕੇ ਗਹਿਣਾ ਬਣਾ ਦਿੱਤਾ। ਸੋ ਇਹ ਅਚਰਜ ਗੱਲ ਹੈ,
ਇਹ ਹੈਰਾਨ ਕਰਨ ਵਾਲੀ ਗੱਲ ਹੈ ਵੀ ਜਿਹੜਾ ਘੜਿਆ ਜਾਣ ਵਾਲਾ ਨਹੀਂ, ਉਸ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਘੜ ਕੇ ਗਹਿਣਾ ਬਣਾ ਦਿੱਤਾ। ਸੋਨਾ ਤਾਂ ਪਹਿਲਾਂ ਹੀ ਸੀ, ਉਹ ਆਪ ਸ਼ਬਦੈ ਸ਼ਬਦ ਮਿਲਾਇਆ, ਸ਼ਬਦ ਉਪਦੇਸ਼ ਰਾਹੀਂ ਸ਼ਬਦ ਬ੍ਰਹਮ ਦੇ ਵਿੱਚ ਮਿਲਾ ਦਿੱਤਾ। ਸੋ ਇਸ ਤਰ੍ਹਾਂ ਗੁਰਮੁਖ ਗੁਰੂ ਨੇ ਘੜ ਨੂੰ ਘੜ ਕੇ ਗਹਿਣਾ ਬਣਾ ਦਿੱਤਾ। ਭਾਏ ਭਗਤ ਭੈ ਚੱਲਣਾ, ਆਪ ਗਣਾਏ ਨਾ ਖਲ ਹਲ ਖਹਿਣਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਣ ਕੇ ਭਾਏ ਭਗਤ ਪ੍ਰੇਮਾ ਭਗਤੀ ਕੀਤੀ। ਭੈ ਚੱਲਣਾ ਅਤੇ ਗੁਰੂ ਦੇ ਭੈ ਦੇ ਵਿੱਚ ਚੱਲਣਾ ਕੀਤਾ, ਗੁਰੂ ਨਾਨਕ ਸਾਹਿਬ ਦੇ, ਕਿ ਮੇਰੇ ਤੋਂ ਕਿਤੇ ਹੁਕਮ ਅਦੂਲੀ ਨਾ ਹੋ ਜਾਵੇ, ਕਿਤੇ ਮੈਂ ਇੱਕ ਕਦਮ ਵੀ ਗੁਰੂ ਨਾਨਕ ਸਾਹਿਬ ਦੇ ਹੁਕਮ ਤੋਂ ਪਾਸੇ ਨਾ ਰੱਖ ਲਵਾਂ। ਪ੍ਰੇਮਾ ਭਗਤੀ ਕੀਤੀ, ਗੁਰੂ ਦੇ ਭੈ ਵਿੱਚ ਚੱਲੇ। ਆਪ ਗਣਾਏ ਨਾ ਖਲ ਹਲ ਖਹਿਣਾ। ਸੋ ਇਹ ਨੰਨਾ ਸ਼ਬਦ ਦਿਲੀ ਦੀਪਕ ਹੈ। ਆਪ ਗਣਾਏ ਨਾ, ਕਦੇ ਆਪਣੇ ਆਪ ਨੂੰ ਗਣਾਇਆ ਨਹੀਂ, ਆਪਣੇ ਆਪ ਨੂੰ ਕਦੇ ਵੀ ਵੱਡੇ ਦਿਖਾਉਣ ਦਾ ਯਤਨ ਨਹੀਂ ਕੀਤਾ ਗੁਰੂ ਅੰਗਦ ਦੇਵ ਜੀ ਨੇ। ਨਾ ਖਲ ਹਲ ਖਹਿਣਾ, ਔਰ ਨਾ ਹੀ ਕਦੇ ਖੜਬੜਾਹਟ ਦੇ ਵਿੱਚ ਖਪੇ ਹੈ। ਅਨੰਨ ਭਗਤੀ ਕੀਤੀ, ਗੁਰੂ ਸ਼ਬਦ ਦੇ ਵਿੱਚ ਰਹੇ, ਗੁਰੂ ਦਾ ਉਪਦੇਸ਼ ਸੁਣਿਆ, ਉਹਦੀ ਕਮਾਈ ਕੀਤੀ। ਸੋ ਇੱਥੇ ਇਸੇ ਤਰ੍ਹਾਂ ਪਾਠ ਹੈ, ਆਪ ਗਣਾਏ ਨਾ ਖਲ ਹਲ ਖਹਿਣਾ। ਦੀਨ ਦੁਨੀ ਦੀ ਸਾਹਿਬੀ, ਗੁਰਮੁਖ ਗੋਸ ਨਸੀਨੀ ਬਹਿਣਾ। ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਨ ਦੇ ਨਾਲ ਗੁਰੂ ਅੰਗਦ ਦੇਵ ਜੀ ਨੂੰ ਦੀਨ ਦੁਨੀ ਦੀ ਪਾਤਸ਼ਾਹੀ ਮਿਲ ਗਈ। ਲੋਕ ਪਰਲੋਕ ਦੀ ਸੱਚੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ। ਗੁਰਮੁਖ ਗੋਸ ਨਸੀਨੀ ਬਹਿਣਾ। ਗੋਸ ਨਸੀਨੀ ਕਹਿੰਦੇ ਏਕਾਂਤਵਾਸ। ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨ ਕੇ ਸੇਵਾ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰਮੁਖ ਬਣੇ ਅਤੇ ਇਕਾਂਤ ਦੇ ਵਿੱਚ ਬਹਿ ਗਏ, ਭਾਵ ਇਕਾਂਤ ਵਿੱਚ ਟਿਕ ਗਏ। ਮਨ ਬਿਲਕੁਲ ਇੱਕ ਅਡੋਲ ਹੋ ਗਿਆ। ਕਾਰਨ ਕਰਨ ਸਮਰੱਥ ਹੈ, ਹੋਏ ਅਛਲ ਛਲ ਅੰਦਰ ਸ਼ਹਿਣਾ। ਗੁਰੂ ਨਾਨਕ ਸਾਹਿਬ ਦੇ ਦਰ ਤੋਂ ਇੰਨੀਆਂ ਵੱਡੀਆਂ ਬਰਕਤਾਂ ਮਿਲੀਆਂ, ਕਾਰਨਾਂ ਨੂੰ ਕਰਨ ਦੇ ਸਮਰੱਥ ਹੋ ਗਏ ਗੁਰੂ ਅੰਗਦ ਦੇਵ ਜੀ। ਕਾਰਨ ਕਰਨ ਸਮਰੱਥ ਹੈ, ਕਾਰਨ ਨੂੰ ਕਰਨ ਦੇ ਸਮਰੱਥ ਤਾਕਤ ਵਾਲੇ ਹੋ ਗਏ। ਹੋਏ ਅਛਲ ਛਲ ਅੰਦਰ ਸ਼ਹਿਣਾ। ਹਨ ਤਾਂ ਆਪ ਅਛਲ, ਕੋਈ ਛਲ ਨਹੀਂ ਸਕਦਾ, ਅਤੇ ਇਸ ਛਲ ਰੂਪ ਸੰਸਾਰ ਦੇ ਵਿੱਚ ਆਪ ਛੁਪ ਕੇ ਰਹੇ। ਆਪਾ ਨਹੀਂ ਜਣਾਇਆ, ਲੁਕ ਕੇ ਰਹੇ। ਮਨ ਵਿੱਚ ਇਹ ਚਾਹਤ ਨਹੀਂ ਰੱਖੀ ਕਿ ਦੁਨੀਆ ਦੇ ਲੋਕ ਬਹੁਤੀ ਵਡਿਆਈ ਕਰਨ, ਸਾਡੇ ਸੋਹਲੇ ਗਾਉਣ। ਸੋ ਛਲ ਰੂਪ ਇਹ ਜੋ ਦੁਨੀਆ ਨਾ ਸੰਸਾਰ, ਇਹਦੇ ਵਿੱਚ ਛਿਪ ਕਰਕੇ ਰਹੇ, ਲੁਕ ਕਰਕੇ ਰਹੇ। ਸਤ ਸੰਤੋਖ ਦਇਆ ਧਰਮ, ਅਰਥ ਵਿਚਾਰ ਸਹਿਜ ਘਰ ਕਹਿਣਾ। ਸਤ ਸੰਤੋਖ ਦਇਆ ਧਰਮ, ਅਰਥ ਇਹਨਾਂ ਗੁਣਾਂ ਦੇ ਨਾਲ ਫਲੇ ਨੇ ਗੁਰੂ ਅੰਗਦ ਦੇਵ ਜੀ। ਅਥਵਾ ਸਤ ਸੰਤੋਖ ਦਇਆ ਧਰਮ ਅਤੇ ਅਰਥ, ਇਹਨਾਂ ਗੁਣਾਂ ਦੀ ਵਿਚਾਰ ਕਰਕੇ ਧਾਰਨੀ ਬਣ ਕੇ ਸਹਿਜ ਘਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਨਿਵਾਸ ਕੀਤਾ। ਕਾਮ ਕ੍ਰੋਧ ਵਿਰੋਧ ਛੱਡ, ਲੋਭ ਮੋਹ ਅਹੰਕਾਰ ਹੋ ਤਹਿਣਾ। ਕਾਮ ਕ੍ਰੋਧ ਅਤੇ ਵਿਰੋਧ ਨੂੰ ਛੱਡ ਦਿੱਤਾ। ਭਾਵੇਂ ਕਿ ਬਾਬਾ ਸ਼੍ਰੀ ਚੰਦ ਜੀ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਮਿਲੀ, ਵਿਰੋਧ ਕੀਤਾ ਗੁਰੂ ਅੰਗਦ ਦੇਵ ਜੀ ਦਾ, ਪਰ ਗੁਰੂ ਅੰਗਦ ਦੇਵ ਜੀ ਨੇ ਕੋਈ ਇੱਕ ਵੀ ਲਫ਼ਜ਼ ਬਾਬਾ ਸ਼੍ਰੀ ਚੰਦ ਨੂੰ ਨਹੀਂ ਕਿਹਾ।
ਇੰਨੀ ਨਿਮਰਤਾ ਵਿੱਚ ਰਹੇ। ਇਹ ਮੇਰੇ ਗੁਰੂ ਦੇ ਸਪੁੱਤਰ ਹਨ। ਕਾਮ ਕ੍ਰੋਧ ਤੇ ਵਿਰੋਧ ਨੂੰ ਛੱਡ ਦਿੱਤਾ। ਲੋਭ ਮੋਹ ਅਹੰਕਾਰੋ ਤਹਿਣਾ, ਤਹਿਣਾ ਤੋਂ ਭਾਵ ਤਰਸਣਾ ਨਸਣਾ। ਲੋਭ ਮੋਹ ਤੇ ਹੰਕਾਰ ਤੋਂ ਦੂਰ ਰਹੇ ਗੁਰੂ ਅੰਗਦ ਦੇਵ ਮਹਾਰਾਜ ਜੀ। ਕੋਈ ਮਨ ਵਿੱਚ ਹੰਕਾਰ ਨਹੀਂ ਵੀ ਕਿੱਥੇ ਮੈਂ ਸੇਵਕ ਸੀ ਤੇ ਅੱਜ ਗੁਰਤਾ ਗੱਦੀ ਮਿਲ ਗਈ ਹੈ। ਬਿਲਕੁਲ ਹੰਕਾਰ ਨਹੀਂ, ਨਾ ਕ੍ਰੋਧ, ਇਹਨਾਂ ਤੋਂ ਦੂਰ ਹੀ ਰਹੇ। ਪੁੱਤ ਸਪੁੱਤ ਬਬਾਣੇ ਲਹਿਣਾ। ਸੋ ਬਾਬੇ ਦੇ ਘਰ ਦੇ ਵਿੱਚ ਭਾਈ ਲਹਿਣੇ ਨੇ ਪੁੱਤਰ ਤੋਂ ਸਪੁੱਤਰ ਬਣ ਕੇ ਵਿਖਾਇਆ ਹੈ। ਅਜਿਹੇ ਪੁੱਤਰ ਸਪੁੱਤਰ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਭਾਈ ਲਹਿਣਾ ਜੀ ਹੋਏ ਹੈ। ਸੋ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਹਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਅਗਲੀ 8ਵੀਂ ਪੌੜੀ ਦੇ ਵਿੱਚ ਵੀ ਭਾਈ ਗੁਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੀ ਜ਼ਿਕਰ ਕਰਦੇ ਨੇ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨਾਲ ਲੱਗ ਕੇ, ਗੁਰ ਅੰਗ ਤੇ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਤੋਂ ਭਾਵ ਸਰੀਰ ਤੋਂ ਗੁਰੂ ਬਣੇ। ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣ ਗਏ। ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਅੰਮ੍ਰਿਤ ਬਿਰਖ ਹਨ ਤੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੰਮ੍ਰਿਤ ਦਾ ਫਲ ਉਸ ਬਿਰਖ ਨੂੰ ਲੱਗੇ ਹੈ। ਜਿਵੇਂ ਦਰਖਤ ਨੂੰ ਫਲ ਲੱਗਦਾ ਹੈ, ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਰੂਪ ਦਰਖਤ ਹਨ ਤੇ ਭਾਈ ਲਹਿਣਾ ਜੀ ਅੰਮ੍ਰਿਤ ਰੂਪ ਫਲ ਉਸ ਨੂੰ ਲੱਗੇ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਰੂਪ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਫਲ ਭਾਈ ਲਹਿਣਾ ਜੀ ਹੋਏ ਹੈ। ਜੋਤੀ ਜੋਤ ਜਗਾਈ ਅਨ ਦੀਵੇ ਤੇ ਜਿਉਂ ਦੀਵਾ ਬਲਿਆ। ਜਿਵੇਂ ਦੀਵੇ ਤੋਂ ਦੀਵਾ ਬਲ ਪੈਂਦਾ ਹੈ, ਦੀਵੇ ਤੋਂ ਦੀਵਾ ਜਗਾ ਦਈਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਦੇ ਨਾਲ ਭਾਈ ਲਹਿਣੇ ਦੀ ਜੋਤ ਨੂੰ ਜਗਾ ਦਿੱਤਾ। ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ, ਮਿਹਰ ਦੀ ਦ੍ਰਿਸ਼ਟੀ ਕੀਤੀ। ਜਿਵੇਂ ਇੱਕ ਬੁਝਿਆ ਦੀਵਾ ਹੋਵੇ ਤੇ ਇੱਕ ਜਗਦਾ ਹੋਇਆ ਦੀਵਾ, ਉਸ ਬੁਝੇ ਦੀਵੇ ਦੇ ਨਾਲ ਲਾਓ, ਉਹ ਜਗ ਪੈਂਦਾ ਹੈ। ਉਹਦੇ ਵਿੱਚ ਬੱਤੀ ਹੋਵੇ, ਤੇਲ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਹੁਣ ਭਾਈ ਲਹਿਣੇ ਨੇ ਸੇਵਾ ਕੀਤੀ, ਸਿਮਰਨ ਕੀਤਾ, ਹੁਕਮ ਮੰਨਿਆ, ਸਾਰਾ ਕੁਝ ਸੀ, ਦੀਵਾ ਬੱਤੀ ਤੇਲ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜੋਤ ਦੇ ਨਾਲ ਭਾਈ ਲਹਿਣੇ ਦੇ ਅੰਦਰ ਜੋਤ ਜਗਾ ਦਿੱਤੀ। ਹੀਰੇ ਹੀਰਾ ਬੇਦਿਆ ਛਲ ਕਰ ਅਛਲੀ ਅਛਲ ਛਲਿਆ। ਜਿਵੇਂ ਹੀਰੇ ਦੇ ਨਾਲ ਹੀਰਾ ਵਿੰਨਿਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਰੂਪੀ ਹੀਰੇ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਨ ਰੂਪੀ ਹੀਰੇ ਨੂੰ ਵਿੰਨ ਦਿੱਤਾ। ਛਲ ਕਰ ਮਾਨੋ ਜਾਦੂ ਕਰਕੇ, ਅਛਲ ਗੁਰੂ ਨਾਨਕ ਸਾਹਿਬ ਜੀ ਨੇ ਤੇ ਅਛਲ ਛਲਿਆ। ਜੋ ਅਛਲ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਛਲ ਲਿਆ, ਵਸ ਵਿੱਚ ਕਰ ਲਿਆ, ਪ੍ਰੇਮ ਦੇ ਵਸੀਕਾਰ ਕਰ ਲਿਆ। ਸੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਛਲ ਲਿਆ, ਭਾਵ ਆਪਣੇ ਵਸੀਕਾਰ ਹੇਠ ਕਰ ਲਿਆ। ਕੋਏ ਬੁੱਝ ਨਾ ਹੰਗਈ, ਇੱਥੇ ਪਾਠ ਕੋਏ ਹੈ। ਕੋਏ ਬੁੱਝ ਨਾ ਹੰਗਈ ਪਾਣੀ ਅੰਦਰ ਪਾਣੀ ਰਲਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸ ਭੇਦ ਨੂੰ ਕੋਈ ਨਹੀਂ ਬੁੱਝ ਸਕਦਾ। ਇਹ ਤਾਂ ਇਉਂ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਗਿਆ। ਪਹਿਲਾ ਪਾਣੀ ਕਿਹੜਾ ਸੀ, ਦੂਜਾ ਪਾਣੀ ਕਿਹੜਾ ਸੀ, ਕੋਈ ਉਹਨੂੰ ਵੱਖ ਨਹੀਂ ਕਰ ਸਕਦਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਜੀ ਇੱਕ ਰੂਪ ਹਨ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਗੁਰੂ ਨਾਨਕ ਤੋਂ ਵੱਖਰੇ ਨਹੀਂ ਹਨ ਗੁਰੂ ਅੰਗਦ ਦੇਵ ਜੀ। ਸੱਚਾ ਸੱਚ ਸੁਹਾਵੜਾ ਸੱਚ ਅੰਦਰ ਸੱਚ ਸੱਚਾ ਹੋ ਢਲਿਆ। ਸੱਚਾ ਸੱਚ ਨੂੰ ਧਾਰਨ ਕਰਨ ਵਾਲਾ ਅਤੇ ਸੱਚ ਸਦਾ ਹੀ ਸ਼ੋਭਨੀਕ ਹੈ।
ਸੱਚ ਅੰਦਰ ਸੱਚ ਸੱਚਾ ਢਲਿਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸੱਚ ਨੂੰ ਧਾਰਨ ਕਰਨ ਵਾਲਾ ਤੇ ਸੱਚ ਇਹ ਸ਼ੋਭਾ ਵਾਲੇ ਨੇ। ਗੁਰੂ ਨਾਨਕ ਸਾਹਿਬ ਜੀ ਸੱਚ ਨਾਮ ਨੂੰ ਧਾਰਨ ਕਰਨ ਵਾਲੇ ਹੈ, ਸੱਚਾ ਨਾਮ ਸ਼ੋਭਾ ਵਾਲਾ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਹਿਲਾਂ ਜੋ ਭਾਈ ਲਹਿਣਾ ਸਨ, ਸੱਚ ਅੰਦਰ ਸੱਚ ਸੱਚਾ ਢਲਿਆ, ਉਹਨਾਂ ਦੇ ਅੰਦਰ ਸੱਚਾ ਨਾਮ ਵਸਿਆ। ਤੇ ਗੁਰੂ ਨਾਨਕ ਸਾਹਿਬ ਨੇ ਰਹਿਮਤ ਕੀਤੀ ਤੇ ਸੱਚ ਦੇ ਨਾਲ ਜੁੜ ਕੇ ਉਸ ਸੰਚੇ ਵਿੱਚ ਸੱਚ ਰੂਪ ਹੋ ਕੇ ਢਲ ਗਏ। ਭਾਵ ਸੱਚ ਤੋਂ ਸੱਚ ਵਿੱਚ ਹੀ ਢਲੇ ਨੇ ਗੁਰੂ ਅੰਗਦ ਦੇਵ ਜੀ, ਸੱਚ ਸਵਰੂਪ ਬਣ ਗਏ, ਗੁਰੂ ਨਾਨਕ ਸਾਹਿਬ ਦਾ ਸਵਰੂਪ ਬਣ ਗਏ। ਨਿਹਚਲ ਸੱਚਾ ਤਖਤ ਹੈ, ਅਬ ਚਲ ਰਾਜ ਨ ਹੱਲੇ ਹਲਿਆ। ਸਤਿਗੁਰੂ ਦਾ ਗੁਰਤਾ ਗੱਦੀ ਰੂਪ ਜਿਹੜਾ ਤਖਤ ਹੈ ਇਹ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਨਿਹਚਲ ਚਲਾਏ ਮਾਨ ਤੋਂ ਰਹਿਤ ਹੈ, ਕਦੇ ਵੀ ਇਹ ਨਾਸ਼ ਹੋਣ ਵਾਲਾ ਨਹੀਂ ਹੈ। ਅਬ ਚਲ ਰਾਜ ਨ ਹੱਲੇ ਹਲਿਆ, ਤੇ ਗੁਰੂ ਦਾ ਜੋ ਗੁਰਤਾ ਗੱਦੀ ਦਾ ਰਾਜ ਇਹ ਅਬਚਲ ਹੈ, ਮਤਲਬ ਅਟਲ ਰਾਜ ਹੈ, ਕਿਸੇ ਦਾ ਹਿਲਾਇਆ ਇਹ ਹਿੱਲ ਨਹੀਂ ਸਕਦਾ। ਬੜਿਆਂ ਨੇ ਯਤਨ ਕੀਤੇ, ਪ੍ਰਿਥੀ ਚੰਦ ਯਤਨ ਕਰਦਾ ਰਿਹਾ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਹਟਾ ਕੇ ਮੈਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਕਦੇ ਧੀਰਮਲ ਨੇ ਯਤਨ ਕੀਤੇ, ਕਦੇ ਰਾਮ ਰਾਏ ਨੇ ਯਤਨ ਕੀਤੇ, ਬੜਿਆਂ ਨੇ ਯਤਨ ਕੀਤੇ, ਪਰ ਐਸਾ ਇਹ ਰਾਜ ਹੈ ਗੁਰਤਾ ਗੱਦੀ ਦਾ, ਇਹ ਹਲਾਇਆ ਵੀ ਕਿਸੇ ਦੇ ਹਿੱਲਦਾ ਨਹੀਂ ਹੈ। ਸੱਚ ਸ਼ਬਦ ਗੁਰ ਸੌਪਿਆ, ਸੱਚ ਟਕਸਾਲਹੁ ਸਿੱਕਾ ਚੱਲਿਆ। ਸੋ ਸੱਚ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਝੋਲੀ ਵਿੱਚ ਸ਼ਬਦ ਦੀ ਦਾਤ ਪਾਈ ਹੈ। ਸੱਚ ਟਕਸਾਲਹੁ ਸਿੱਕਾ ਚੱਲਿਆ, ਤੇ ਇਹ ਸੱਚੀ ਟਕਸਾਲ ਤੋਂ ਸ਼ਬਦ ਦਾ ਜਿਹੜਾ ਸਿੱਕਾ ਹੈ ਇਹ ਤੁਰਿਆ ਹੈ, ਅਥਵਾ ਅੱਗੇ ਗੁਰਤਾ ਗੱਦੀ ਦਾ ਜਿਹੜਾ ਸਿੱਕਾ ਹੈ ਨਾ ਇਹ ਚੱਲ ਪਿਆ ਹੈ। ਸਿੱਧਨਾਥ ਅਵਤਾਰ ਸਭ, ਹੱਥ ਜੋੜ ਕੇ ਹੋਏ ਖਲਿਆ। ਸਿੱਧ ਲੋਕ, ਨਾਥ ਲੋਕ, ਅਵਤਾਰੀ ਪੁਰਸ਼ ਇਹ ਸਾਰੇ ਹੀ ਹੱਥ ਜੋੜ ਕਰਕੇ ਸਤਿਗੁਰੂ ਦੇ ਅੱਗੇ ਖਲੋਤੇ ਹੈ, ਤੇ ਹੱਥ ਜੋੜ ਕੇ ਇਸ ਤਰ੍ਹਾਂ ਕਹਿੰਦੇ ਹੈ, ਬੇਨਤੀਆਂ ਕਰਦੇ ਹੈ, ਸੱਚਾ ਹੁਕਮ ਸੋ ਅਟਲ ਨਾ ਟਲਿਆ। ਇਹ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਸੱਚਾ ਹੈ, ਸੋ ਅਟਲ ਨਾ ਟਲਿਆ। ਮਹਾਰਾਜ ਆਪ ਦੀ ਆਗਿਆ ਅਟਲ ਹੈ, ਆਪ ਦਾ ਹੁਕਮ ਕਦੇ ਵੀ ਟਾਲਿਆ ਨਹੀਂ ਜਾ ਸਕਦਾ, ਆਪ ਦੀ ਆਗਿਆ ਨੂੰ ਕਦੇ ਵੀ ਟਾਲਿਆ ਨਹੀਂ ਜਾ ਸਕਦਾ। ਅਸੀਂ ਸਾਰੇ ਹੀ ਆਪ ਜੀ ਦੇ ਅਧੀਨ ਹਾਂ, ਆਪ ਜੀ ਦੇ ਵਸ ਵਿੱਚ ਹਾਂ। ਸੋ ਇਸ ਤਰ੍ਹਾਂ ਸਾਰੇ ਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦੇ ਹੈ। ਅਗਲੀ 9ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਤੀਸਰੀ ਪਾਤਸ਼ਾਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਕਰ ਰਹੇ ਹੈ। ਅਛਲ ਅਛੇਦ ਅਭੇਦ ਹੈ, ਭਗਤ ਵਸ਼ਲ ਹੋਏ ਅਛਲ ਛਲਾਇਆ। ਇਸ ਪੌੜੀ ਵਿੱਚ ਭਾਈ ਸਾਹਿਬ ਜੀ ਦੱਸਦੇ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸੱਚਾ ਅਮਰ, ਸੱਚਾ ਆਪਣਾ ਹੁਕਮ ਵਰਤਾਇਆ ਹੈ। ਐਸਾ ਸੱਚਾ ਹੁਕਮ ਜਿਹੜਾ ਲੋਕ ਪਰਲੋਕ ਦੇ ਵਿੱਚ ਕੋਈ ਵੀ ਮੋੜ ਨਹੀਂ ਸਕਦਾ। ਐਸਾ ਸੱਚਾ ਹੁਕਮ ਮਹਾਰਾਜ ਨੇ ਆਪਣਾ ਚਲਾਇਆ ਹੈ। ਅਛਲ ਅਛੇਦ ਅਭੇਦ ਹੈ, ਪਰਮਾਤਮਾ ਜੋ ਅਛਲ ਹੈ, ਅਛੇਦ ਹੈ, ਅਭੇਦ ਹੈ। ਅਛਲ ਜਿਸ ਨੂੰ ਛਲਿਆ ਨਹੀਂ ਜਾ ਸਕਦਾ, ਅਛੇਦ ਜਿਸ ਨੂੰ ਕੱਟਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ, ਅਭੇਦ ਜੀ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ ਐਸਾ ਹੈ। ਭਗਤ ਵਸ਼ਲ ਹੋਏ, ਪਰ ਉਸ ਨੇ ਭਗਤ ਵਸ਼ਲ ਹੋ ਕੇ ਅਛਲ ਹੁੰਦਿਆਂ ਹੋਇਆਂ ਪ੍ਰੇਮ ਕਰਕੇ ਆਪਣੇ ਆਪ ਨੂੰ ਛਲਾ ਲਿਆ। ਸੰਸਾਰ ਦੇ ਭਲੇ ਲਈ ਸੰਸਾਰ ਦੇ ਵਿੱਚ ਆਏ ਤੇ ਪ੍ਰੇਮ ਦੇ ਵਸੀਕਾਰ ਹੋਏ,
ਅਛਲ ਨੇ ਆਪਣੇ ਆਪ ਨੂੰ ਛਲਾ ਲਿਆ, ਵਸ ਵਿੱਚ ਕਰ ਲਿਆ। ਮਹਿਮਾ ਮਿਤ ਮਿਰਜਾਦ ਲੰਘ, ਪਰ ਮਿਤ ਪਾਰਾਵਾਰ ਨ ਪਾਇਆ। ਮਹਿਮਾ ਦੀ ਜੋ ਮਿਤ ਹੈ ਨਾ, ਹੱਦ, ਉਹਨੂੰ ਲੰਘਿਆ ਹੈ। ਮਹਿਮਾ ਦੀ ਹੱਦ ਔਰ ਮਰਿਆਦਾ ਤੋਂ ਅੱਗੇ ਲੰਘੇ ਹੈ। ਜਿੱਥੇ ਪ੍ਰੇਮ ਉਥੇ ਫਿਰ ਮਰਿਆਦਾ ਨਹੀਂ ਰਹਿੰਦੀ। ਗੁਰੂ ਤੇ ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ। ਮਹਿਮਾ ਸਿਫਤ ਸਲਾਹ ਦੀ ਮਰਿਆਦਾ, ਸਿਫਤ ਸਲਾਹ ਦੀ ਜੋ ਹੱਦ ਅਤੇ ਮਰਿਆਦਾ ਜੋ ਅਸੂਲ ਨੇ ਮਿਰਜਾਦ, ਉਹਦੇ ਤੋਂ ਅੱਗੇ ਲੰਘੇ ਹੈ। ਪਰਮਿਤ ਪਾਰਾਵਾਰ ਨਾ ਪਾਇਆ। ਪਰਮਿਤ ਮਿਣਤੀ ਤੋਂ ਰਹਿਤ ਹੋਣ ਕਰਕੇ ਕਿਸੇ ਨੇ ਵੀ ਉਹਦਾ ਪਾਰਾਵਾਰ ਨਹੀਂ ਪਾਇਆ। ਪਰਮੇਸ਼ਰ ਦਾ, ਗੁਰੂ ਦਾ ਕੋਈ ਪਾਰਾਵਾਰ ਨਹੀਂ ਪਾ ਸਕਿਆ। ਰਹਿ ਰਾਸੀ ਰਹਿ ਰਾਸ ਹੈ, ਪੈਰੀ ਪੈ ਜਗ ਪੈਰੀ ਪਾਇਆ। ਰਹੋ ਰੀਤੀ ਦੇ ਵਿੱਚੋਂ ਸਭ ਤੋਂ ਚੰਗੀ ਰਹੋ ਰੀਤੀ ਗੁਰੂ ਦੀ ਹੈ, ਅਥਵਾ ਰਹਿ ਰਾਸੀ ਰਹਿ ਰਾਸ ਹੈ। ਸੋ ਸਿੱਧੇ ਰਸਤਿਆਂ ਦੇ ਵਿੱਚੋਂ ਇਹ ਸਭ ਤੋਂ ਸਿੱਧਾ ਰਸਤਾ ਹੈ। ਚੰਗੇ ਰਾਹਾਂ ਦੇ ਵਿੱਚੋਂ ਸਭ ਤੋਂ ਚੰਗਾ ਰਾਹ ਹੈ ਜਿਹੜਾ ਗੁਰੂ ਨੇ ਬਖਸ਼ਿਆ ਹੈ, ਗੁਰੂ ਨੇ ਤੋਰਿਆ ਹੈ। ਪੈਰੀ ਪੈ ਜਗ ਪੈਰੀ ਪਾਇਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਕੇ ਗੁਰੂ ਅਮਰਦਾਸ ਜੀ ਨੇ ਸਾਰੇ ਜਗਤ ਨੂੰ ਆਪਣੇ ਪੈਰੀਂ ਪਾਇਆ ਹੈ, ਅਥਵਾ ਗੁਰੂ ਦੇ ਪੈਰੀਂ ਪੈ ਕੇ ਤੇ ਜਗਤ ਨੂੰ ਗੁਰੂ ਅੰਗਦ ਦੇਵ ਜੀ ਦੇ ਪੈਰੀਂ ਪਾਇਆ ਹੈ। ਗੁਰਮੁਖ ਸੁਖ ਫਲ ਅਮਰ ਪਦ, ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ। ਇਸੇ ਤਰ੍ਹਾਂ ਗੁਰੂ ਰਾਹੀਂ ਸੁਖ ਫਲ ਦੀ ਪ੍ਰਾਪਤੀ ਕੀਤੀ। ਉਹ ਸੁਖ ਫਲ ਕੀ ਹੈ? ਅਮਰ ਪਦ, ਅਮਰ ਪਦਵੀ ਨੂੰ ਪਾਇਆ। ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਲੰਮਾ ਸਮਾਂ ਸੇਵਾ ਕੀਤੀ। ਆਪ ਸਭ ਜਾਣਦੇ ਹੋ, ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ, ਕਾਲਣਾ ਕਾਲੀ 12 ਸਾਲ ਲਗਾਤਾਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਦੇ ਰਹੇ ਬਾਬਾ ਅਮਰਦਾਸ ਜੀ। ਗਾਗਰ 'ਤੇ ਜਲ ਢੋਂਦੇ ਸਨ। ਅੰਮ੍ਰਿਤ ਵੇਲੇ ਗਾਗਰ ਲੈ ਕੇ ਜਾਣਾ, ਬਿਆਸ ਤੋਂ ਜਲ ਭਰ ਕੇ ਲਿਆਉਣਾ, ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣਾ। 12 ਸਾਲ ਸੇਵਾ ਕੀਤੀ ਭਾਵਨਾ ਦੇ ਨਾਲ, ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ। ਸੋ ਗੁਰਮੁਖ ਸੁਖ ਫਲ ਅਮਰ ਪਦ, ਗੁਰੂ ਰਾਹੀਂ ਸੁਖ ਫਲ ਦੀ ਪ੍ਰਾਪਤੀ ਕੀਤੀ। ਸੁਖ ਫਲ ਕੀ ਪ੍ਰਾਪਤ ਕੀਤਾ? ਅਮਰ ਪਦਵੀ ਨੂੰ ਪ੍ਰਾਪਤ ਕੀਤਾ। ਅੰਮ੍ਰਿਤ ਬ੍ਰਿਖ ਅੰਮ੍ਰਿਤ ਫਲ ਲਾਇਆ। ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਹੈ, ਆਪ ਗੁਰੂ ਅੰਮ੍ਰਿਤ ਬਿਰਖ ਹਨ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅੰਮ੍ਰਿਤ ਫਲ ਲਾ ਦਿੱਤਾ। ਭਾਵ ਦੂਜੀ ਪਾਤਸ਼ਾਹੀ ਤੋਂ ਫਿਰ ਤੀਜੀ ਪਾਤਸ਼ਾਹੀ ਚੱਲ ਪਈ। ਗੁਰ ਚੇਲਾ ਚੇਲਾ ਗੁਰੂ, ਪੁਰਖਹੁ ਪੁਰਖ ਉਪਾਏ ਸਮਾਇਆ। ਗੁਰੂ ਚੇਲਾ ਬਣ ਗਿਆ ਅਤੇ ਚੇਲਾ ਗੁਰੂ ਬਣ ਗਿਆ। ਜਿੱਦਣ ਗੁਰੂ ਨੇ ਗੁਰਗੱਦੀ ਦਿੱਤੀ, ਮੱਥਾ ਟੇਕਿਆ, ਉਦਣ ਗੁਰੂ ਚੇਲਾ ਬਣ ਗਿਆ ਅਤੇ ਜਿਹੜਾ ਚੇਲਾ ਸੀ ਉਹ ਗੁਰੂ ਬਣ ਗਿਆ। ਪੁਰਖਹੁ ਪੁਰਖ ਉਪਾਏ ਸਮਾਇਆ। ਪੁਰਖ ਤੋਂ ਪੁਰਖ ਪੈਦਾ ਕਰਕੇ, ਭਾਵ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਪੁਰਖ ਗੁਰੂ ਅਮਰਦਾਸ ਮਹਾਰਾਜ ਨੂੰ ਪੈਦਾ ਕਰਕੇ, ਪੈਦਾ ਕਰਨ ਤੋਂ ਭਾਵ ਜਦੋਂ ਗੁਰੂ ਅਮਰਦਾਸ ਨੇ ਸੇਵਾ ਕੀਤੀ, ਗੁਰੂ ਦੀ ਪਦਵੀ ਤੱਕ ਪਹੁੰਚਾ ਦਿੱਤਾ। ਏਡੀ ਮਿਹਰ ਦੀ ਦ੍ਰਿਸ਼ਟੀ ਕੀਤੀ। ਸੋ ਗੁਰੂ ਤੋਂ ਅੱਗੇ ਗੁਰੂ ਬਣ ਗਏ। ਪੁਰਖ ਤੋਂ ਪੁਰਖ ਪੈਦਾ ਹੋ ਕੇ ਸਮਾਇਆ ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਵਿੱਚ ਸਮਾ ਗਏ। ਉਹਨਾਂ ਦੇ ਹਿਰਦੇ ਵਿੱਚ ਬੈਠ ਕੇ ਫਿਰ ਅੱਗੇ ਮਹਾਰਾਜ ਜੀ ਸਿੱਖੀ ਨੂੰ ਤੋਰਨ ਲੱਗ ਪਏ। ਵਰਤਮਾਨ ਵੀਹੇ ਵਿਸਵੇ, ਹੋਏ ਇਕੀਹ ਸਹਿਜ ਘਰ ਆਇਆ। ਸਾਰਾ ਜੋ ਸੰਸਾਰ ਹੈ ਇਹ 20 ਵਿਸਵੇ ਵਿੱਚ ਵਰਤ ਰਿਹਾ ਹੈ ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ 21 ਇੱਕ ਈਸ਼ਵਰੀ ਗਿਆਨ ਦੇ ਰਾਹੀਂ
ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਤੇ ਸਹਿਜ ਘਰ ਦੇ ਵਿੱਚ ਆ ਗਏ, ਤੁਰੀਆ ਅਵਸਥਾ ਦੇ ਵਿੱਚ ਚਲੇ ਗਏ। ਸੱਚਾ ਅਮਰ ਅਮਰ ਵਰਤਾਇਆ। ਸੱਚੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਸੱਚਾ ਅਮਰ ਕਹਿੰਦੇ ਹੁਕਮ ਨੂੰ, ਸੱਚਾ ਹੁਕਮ ਤੋਰਿਆ ਤੇ ਸਤਿਗੁਰੂ ਦੇ ਹੁਕਮ ਨੂੰ ਸਾਰੇ ਹੀ ਸਿੱਖਾਂ ਨੇ ਸੀਸ ਝੁਕਾ ਕੇ ਮੰਨਿਆ। ਜੋ ਜੋ ਹੁਕਮ ਗੁਰੂ ਅਮਰਦਾਸ ਜੀ ਕਰਿਆ ਕਰਦੇ, ਗੁਰੂ ਕੇ ਸਿੱਖ ਭਾਵਨਾ ਦੇ ਨਾਲ ਸੀਸ ਝੁਕਾਉਂਦੇ, ਗੁਰੂ ਦੀ ਆਗਿਆ ਮੰਨਦੇ। ਸੋ ਐਸੀ ਕਿਰਪਾ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ। 10ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੀ ਸਿਫਤ ਭਾਈ ਗੁਰਦਾਸ ਸਾਹਿਬ ਜੀ ਕਰ ਰਹੇ ਨੇ। ਸ਼ਬਦ ਸੁਰਤ ਪਰਚਾਏ ਕੈ, ਚੇਲੇ ਤੇ ਗੁਰ ਗੁਰ ਤੇ ਚੇਲਾ। ਸ਼ਬਦ ਦੀ ਸੁਰਤ ਦੇ ਵਿੱਚ ਮਨ ਨੂੰ ਪਰਚਾ ਕੇ, ਮਨ ਨੂੰ ਲਾ ਕੇ, ਚੇਲੇ ਤੋਂ ਗੁਰੂ ਤੇ ਗੁਰੂ ਤੋਂ ਚੇਲਾ ਇੱਕ ਰੂਪ ਹੋ ਗਏ। ਜਿੱਥੇ ਸੇਵਾ ਕਰਦੇ ਰਹੇ, ਹੁਕਮ ਮੰਨਿਆ, ਉਥੇ ਗੁਰੂ ਦੇ ਸ਼ਬਦ ਦੇ ਵਿੱਚ ਸਦਾ ਹੀ ਪ੍ਰੇਮ ਕੀਤਾ। ਸ਼ਬਦ ਦੀ ਸੁਰਤ ਦੇ ਵਿੱਚ ਸਦਾ ਹੀ ਲਿਵ ਲਾ ਕੇ ਰੱਖੀ, ਕਦੇ ਵੀ ਸ਼ਬਦ ਤੋਂ ਲਾਂਭੇ ਨਹੀਂ ਗਏ। ਤੋ ਸ਼ਬਦ ਦੇ ਵਿੱਚ ਪ੍ਰੇਮ ਲਾ ਕੇ, ਪਰਚਾ ਕੇ ਆਪਣੇ ਆਪ ਨੂੰ ਚੇਲੇ ਤੋਂ ਗੁਰੂ ਤੇ ਗੁਰੂ ਤੋਂ ਚੇਲਾ, ਇਹ ਇੱਕ ਰੂਪ ਹੋ ਗਏ, ਕੋਈ ਫਰਕ ਹੀ ਨਹੀਂ ਰਿਹਾ। ਵਾਣਾ ਤਾਣਾ ਆਖੀਐ, ਸੂਤ ਇੱਕ ਹੋਏ ਕੱਪੜ ਮੇਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਵਾਣਾ, ਵਾਣਾ ਕਹਿੰਦੇ ਨੇ ਪੇਟਾ ਨੂੰ, ਤੇ ਤਾਣਾ ਕਹਿੰਦੇ ਜਿਵੇਂ ਤਾਣਾ ਤੇ ਪੇਟਾ ਹੁੰਦਾ ਹੈ, ਇਹ ਨਾਂ ਹੀ ਵੱਖੋ ਵੱਖਰੇ ਨੇ। ਤਾਣੇ ਤੇ ਪੇਟੇ ਦਾ ਨਾਂ ਹੀ ਵੱਖਰਾ ਹੈ। ਸੂਤ ਇੱਕ ਹੋਏ ਕੱਪੜ ਮੇਲਾ। ਸੋ ਸੂਤ ਇੱਕੋ ਹੈ ਜੋ ਮਿਲ ਕਰਕੇ ਕੱਪੜਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਮਿਲ ਕੇ ਗੁਰੂ ਅਮਰਦਾਸ ਹੋ ਗਏ। ਜੋਤ ਉਹੀ ਹੈ। ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਬੈਠ ਗਏ ਤੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਦੇ ਹਿਰਦੇ ਵਿੱਚ ਬੈਠ ਕੇ ਅੱਗੇ ਸਿੱਖੀ ਮਾਰਗ ਨੂੰ ਹੋਰ ਪ੍ਰਫੁੱਲਤ ਕਰਨ ਲੱਗ ਪਏ। ਕੱਪੜਾ, ਤਾਣਾ, ਪੇਟਾ ਨਾਂ ਹੀ ਵੱਖੋ ਵੱਖਰੇ ਨੇ, ਪਰ ਸੂਤ ਮਿਲ ਜਾਂਦਾ ਆਪਸ ਵਿੱਚ, ਉਹ ਕੱਪੜਾ ਬਣਦਾ ਹੈ। ਕੋਈ ਫਰਕ ਨਹੀਂ। ਇਸ ਤਰ੍ਹਾਂ ਕੋਈ ਫਰਕ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ, ਗੁਰੂ ਅਮਰਦਾਸ ਜੀ ਵਿੱਚ। ਦੁੱਧਹੁ ਦਹੀਂ ਵਖਾਣੀਐ, ਦਹੀਹੁ ਮੱਖਣ ਕਾਜ ਸੁਹੇਲਾ। ਕੁਝ ਹੋਰ ਅੱਗੇ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਦੁੱਧਹੁ ਦਹੀਂ ਵਖਾਣੀਐ, ਦੁੱਧ ਤੋਂ ਦਹੀਂ ਬਣਦੀ ਹੈ। ਉਹਨੂੰ ਦਹੀਂ ਕਿਹਾ ਜਾਂਦਾ ਹੈ, ਦੁੱਧ ਤੋਂ ਦਹੀਂ ਕਿਹਾ ਜਾਂਦਾ ਹੈ। ਦਹੀਹੁ ਮੱਖਣ ਕਾਜ ਸੁਹੇਲਾ, ਤੇ ਫਿਰ ਦਹੀਂ ਤੋਂ ਮੱਖਣ ਨਿਕਲ ਕੇ ਕਈ ਸੁਹੇਲਾ ਜਿਹੜੇ ਸੋਹਣੇ ਕਾਰਜ ਨੇ ਉਹ ਹੁੰਦੇ ਹੈ। ਮੱਖਣ ਤੋਂ ਘਿਓ ਬਣ ਜਾਂਦਾ ਹੈ, ਉਹਦੇ ਤੋਂ ਅੱਗੇ ਕਈ ਕਾਰਜ ਹੁੰਦੇ ਨੇ। ਹੋਮ ਜੱਗ ਦੇ ਵਿੱਚ ਕੰਮ ਆਉਂਦਾ ਹੈ, ਲੋਕ ਘਿਓ ਨੂੰ ਖਾਂਦੇ ਹੈ। ਕਈ ਤਰ੍ਹਾਂ ਦੇ ਪਦਾਰਥ ਅੱਗੇ ਸੋਹਣੇ ਬਣਦੇ ਹੈ। ਮਿਸਰੀ ਖੰਡ ਵਖਾਣੀਐ, ਜਾਣ ਕਮਾਦਹੁ ਰੇਲਾ ਪੇਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਕਮਾਦ ਹੈ, ਗੰਨਾ ਹੈ, ਜਦੋਂ ਉਹਨੂੰ ਰੇਲਾ ਪੇਲਾ ਕੀਤਾ ਜਾਂਦਾ ਨਾ, ਵੱਢ ਟੋਕ ਕਰਕੇ, ਤੇ ਫਿਰ ਸ਼ੱਕਰ ਬਣਦੀ ਹੈ, ਖੰਡ ਬਣਦੀ ਹੈ, ਮਿਸ਼ਰੀ ਉਸੇ ਤੋਂ ਬਣਦੀ ਹੈ। ਕਮਾਦ ਤੋਂ ਅੱਗੇ ਵੇਖੋ ਕੀ ਕੁਝ ਬਣਦਾ, ਕਿੰਨਾ ਕੁਝ ਬਣਦਾ ਹੈ, ਕਿੰਨੇ ਮਿਸ਼ਟਾਨ ਜਿਹੜੇ ਮਿੱਠੇ ਪਦਾਰਥ ਨੇ ਉਹ ਬਣਦੇ ਨੇ। ਖੀਰ ਖੰਡ ਘਿਓ ਮੇਲ ਕਰ, ਅਤ ਵਿਸਮਾਦ ਸਾਧ ਰਸ ਕੇਲਾ। ਦੁੱਧ, ਖੰਡ, ਘਿਓ, ਇਹਨਾਂ ਨੂੰ ਮੇਲ ਕੇ, ਇਹ ਅੱਗੇ ਕਈ ਪਦਾਰਥ ਜਿਹੜੇ ਬਣਨ ਵਾਲੇ ਉਹਨਾਂ ਦੇ ਵਿੱਚ ਪੈਂਦੇ ਹੈ। ਦੁੱਧ, ਖੰਡ, ਘਿਓ ਕਈਆਂ ਵਿੱਚ ਪੈ ਕੇ ਕਈ ਵਿਸਮਾਦਕ ਜਿਹੜੇ ਸਵਾਦਿਸ਼ਟ ਖਾਣ ਵਾਲੇ ਪਦਾਰਥ ਨੇ ਉਹ ਬਣਦੇ ਨੇ, ਜਿਨ੍ਹਾਂ ਨੂੰ ਖਾਣ ਦੇ ਨਾਲ ਰਸ ਕੇਲਾ, ਬਹੁਤ ਹੀ ਰਸ ਪ੍ਰਾਪਤ ਹੁੰਦਾ ਹੈ। ਲੋਕ ਉਹਨਾਂ ਪਦਾਰਥਾਂ ਦਾ ਰਸ ਲੈਂਦੇ ਹੈ। ਪਾਨ ਸੁਪਾਰੀ ਕਥ ਮਿਲ, ਚੂਨੇ ਰੰਗ ਸੁਰੰਗ ਸੁਹੇਲਾ। ਇਸੇ ਤਰ੍ਹਾਂ ਪਾਨ, ਸੁਪਾਰੀ, ਕਥ ਤੇ ਚੂਨਾ ਮਿਲ ਕੇ
ਇੱਕ ਸੋਹਣਾ ਰੰਗ ਲਾਲ ਰੰਗ ਬਣ ਜਾਂਦਾ ਹੈ। ਸੋ ਇਸੇ ਤਰ੍ਹਾਂ ਜੋ ਗੁਰੂ ਦੇ ਦਰ 'ਤੇ ਘਾਲਣਾ ਘਾਲੀ ਹੈ, ਸੇਵਾ ਕੀਤੀ ਹੈ, ਹੁਕਮ ਮੰਨਿਆ ਹੈ, ਗੁਰਸਿੱਖਾਂ ਦੀ ਸੇਵਾ ਕੀਤੀ, ਚਰਨ ਧੂੜ ਮਸਤਕ 'ਤੇ ਲਾਈ, ਸ਼ਬਦ ਦੇ ਨਾਲ ਪਰਚਾ ਪ੍ਰੇਮ ਪਾਇਆ, ਗੁਰੂ ਦਾ ਹਰ ਹੁਕਮ ਮੰਨਿਆ, ਸੋ ਵਿਸਮਾਦ ਰਸ ਪ੍ਰਾਪਤ ਹੋਇਆ ਅਤੇ ਗੁਰਤਾ ਗੱਦੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਪਹੁੰਚੇ ਹੈ। ਪੋਤਾ ਪਰਵਾਣੀਕ ਨਵੇਲਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੋਤਾ ਗੁਰੂ ਅਮਰਦਾਸ ਮਹਾਰਾਜ ਪ੍ਰਮਾਣੀਕ ਹੋਏ ਨੇ ਅਤੇ ਨਵੇਲਾ ਨਵੇਂ ਤੋਂ ਨਵੇਂ ਨੇ। ਗੁਰੂ ਅਮਰਦਾਸ ਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦਾ ਪ੍ਰੇਮ ਨਵੇਂ ਤੋਂ ਨਵਾਂ ਟਿਕਿਆ ਹੈ, ਕਿਉਂਕਿ ਪ੍ਰੇਮ ਕਦੇ ਪੁਰਾਣਾ ਨਹੀਂ ਹੁੰਦਾ, ਰੱਬ ਕਦੇ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਮਾਲਕ ਨਿਤ ਹੀ ਨਵਾਂ ਹੈ। ਸੋ ਪੋਤਾ, ਪਿਤਾ ਗੁਰੂ ਨਾਨਕ ਦੇਵ ਮਹਾਰਾਜ ਜੀ, ਪੁੱਤਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅਤੇ ਪੋਤਰਾ ਗੁਰੂ ਅਮਰਦਾਸ ਜੀ। ਪੋਤਾ ਪ੍ਰਵਾਣੀਕ ਨਵੇਲਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਮਾਣੀਕ ਪੋਤਰਾ ਗੁਰੂ ਅਮਰਦਾਸ ਬਹੁਤ ਹੀ ਸੋਹਣੇ ਹੋਏ ਹੈ। ਨਵੇਲਾ ਨਵੇਂ ਨੇ, ਹਿਰਦੇ ਵਿੱਚ ਪ੍ਰੇਮ ਸਦਾ ਹੈ ਕਾਇਮ। ਜਾਂ ਨਵੇਂ ਦਾ ਅਰਥ ਨਾਦੀ ਵੀ ਕਰਦੇ ਹੈ। ਇੱਕ ਬਿੰਦੀ ਸੰਤਾਨ ਹੁੰਦੀ ਹੈ, ਇੱਕ ਨਾਦੀ ਹੁੰਦੀ ਹੈ। ਨਾਦੀ ਭਾਵ ਨਾਦ ਤੋਂ, ਨਾਦ ਸ਼ਬਦ ਆਵਾਜ਼ ਤੋਂ, ਗੁਰੂ ਦੇ ਸ਼ਬਦ ਦੇ ਵਿੱਚੋਂ ਜਨਮ ਹੋਣਾ। ਜਿਵੇਂ ਖਾਲਸਾ ਕਲਗੀਧਰ ਪਾਤਸ਼ਾਹ ਜੀ ਦਾ ਨਾਦੀ ਪੁੱਤਰ ਹੈ ਅਤੇ ਚਾਰੇ ਸਾਹਿਬਜ਼ਾਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿੰਦੀ ਪੁੱਤਰ ਹਨ। ਸੋ ਆਵਾਜ਼ ਦੇ ਵਿੱਚੋਂ, ਸ਼ਬਦ ਦੇ ਵਿੱਚੋਂ, ਸਿਧਾਂਤ ਦੇ ਵਿੱਚੋਂ ਜਨਮ ਹੋਣਾ, ਇਹਨੂੰ ਨਾਦੀ ਪੁੱਤਰ ਕਿਹਾ ਜਾਂਦਾ। ਪੋਤਰਾ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅਮਰਦਾਸ ਮਹਾਰਾਜ ਜੀ ਨਾਦੀ ਪੁੱਤਰ ਨਵੇਂ ਨੇ, ਪ੍ਰੇਮ ਵਾਲੇ ਨੇ, ਹਿਰਦੇ ਵਿੱਚ ਸਦਾ ਪ੍ਰੇਮ ਸਮਾਇਆ ਹੈ। ਸਤਿਗੁਰੂ ਕਿਰਪਾ ਕਰਨ। ਵਿਚਾਰਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਪਾਨ ਸੁਪਾਰੀ ਕਥ ਮਿਲ, ਚੂਨੇ ਰੰਗ ਸੁਰੰਗ ਸੁਹੇਲਾ, ਪੋਤਾ ਪਰਵਾਣੀਕ ਨਵੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।